ਇਹਦੇ ਵਿੱਚ ਦੇਖਣ ਵਾਲੀ ਗੱਲ ਐਡਵੋਕੇਟ ਜਗਮੋਹਨ ਸਿੰਘ ਭੱਟੀ ਤੁਹਾਡੀ ਅਰਜ਼ੀ 'ਚ ਕਰ ਰਿਹਾ। ਲੀ ਕਾਰਬੂਜ਼ੀਅਰ ਰਿਟੇਨਡ ਦੀ eroded valley of a seasonal rivulet on the original site of the city and cultures in the linear park, now over 8 kilometers long. It starts from sector 1 in the north and leaves Chandigarh at its southernmost edge in 53। ਇਹ ਦੇਖ ਲਓ ਤੁਸੀਂ। ਇਹ ਲੀ ਕਾਰਬੂਜ਼ੀਅਰ ਨੇ ਜਿਹੜੀ ਇਹ ਵੈਲੀ ਹੈਰੀਟੇਜ ਜਿਹੜਾ ਇੱਥੋਂ ਦਾ ਬਣਾਇਆ, ਸੰਭਾਲਿਆ ਤੇ ਕੀਤਾ। ਤੇ ਇਹ ਦਰਖਤ ਦੀ ਦਾਸਤਾਨ ਦੱਸ ਰਹੀ ਹੈ। ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਦੇ ਮੂੰਹ ਤੇ ਤਮਾਚਾ ਤੇ ਚਪੇੜ ਮਾਰ ਰਹੀ ਹੈ ਕਿ ਇਹ ਦੇਖੋ ਇਹ ਕੀ ਹੋ ਰਿਹਾ ਤੇ ਕਿਵੇਂ ਤੇ ਕਿਸ ਤਰ੍ਹਾਂ ਇਸ ਦਰਖਤ ਦਾ ਘਾਣ ਕੀਤਾ ਗਿਆ, ਔਰ ਇਹਦੇ ਉੱਤੇ ਕਿਵੇਂ ਜਿਹੜੀਆਂ ਕੇਬਲ ਵਾਲਿਆਂ ਨੇ ਤਾਰਾਂ ਲਾ ਦਿੱਤੀਆਂ, ਝੰਜੋੜ ਦਿੱਤੀਆਂ ਤੇ ਕਰ ਦਿੱਤੀਆਂ। ਇਹ ਤੁਹਾਨੂੰ ਦਿਖਾ ਦਿੱਤੀਆਂ। ਆਹ ਦੇਖ ਲਓ ਬਾਕਸ ਲਟਕੇ ਹੋਏ ਤੇ ਸਾਹਮਣੇ ਹਰਿਆਣਾ ਰਾਜ ਭਵਨ ਦੇ ਦ੍ਰਿਸ਼। ਤੇ ਇਹ ਸੜਕ ਜਾ ਰਹੀ ਹੈ MLA ਹੋਸਟਲਸ ਦੇ ਵਿੱਚ, ਸੈਕਟਰ 10, 9, 8, 7 ਤੇ ਝੀਲ ਵੱਲ ਜਾ ਰਹੀ ਹੈ। ਇਹ ਹਰਿਆਲੀ ਔਰ ਰਾਸਤਾ ਇਹ ਕਿੱਥੇ ਜਾਏਗਾ ਵਾਸਤਾ ਇਹ ਪਾ ਰਿਹਾ। ਦਰਖਤ ਦੱਸ ਰਿਹਾ ਵੀ ਇਹਨਾਂ ਉੱਤੇ ਕੋਈ ਵਿਸ਼ਵਾਸ ਨਾ ਕਰੋ। ਲੀ ਕਾਰਬੂਜ਼ੀਅਰ ਵਰਗੇ ਰਹਿਣੇ ਨਹੀਂ। ਤੇ ਇਹ ਦਰਖਤਾਂ ਦੀ ਛਾਂ ਧੁੱਪ ਹਨੇਰੀ ਚਲਦੀ ਹੋਈ ਵੀ ਤੁਹਾਨੂੰ ਸੁੱਖ ਆਰਾਮ ਦਿੰਦੀ ਹੈ ਤੇ ਕਿਸੇ ਨੂੰ ਕੋਈ ਉਲਾਂਭਾ ਨਹੀਂ ਦਿੰਦੀ। ਤੇ ਆਹ ਵੇਖ ਲਓ ਤੁਹਾਡਾ ਸਿਟੀ ਬਿਊਟੀਫੁਲ ਸਮਾਰਟ ਸਿਟੀ ਇਹ ਕਿੰਨਾ ਸੋਹਣਾ ਹੈ, ਕਿੰਨਾ ਸੁਨੱਖਾ। ਦੇਖ ਲਓ ਇਹ ਇੱਥੋਂ ਕੱਢਿਆ ਗਿਆ, ਸਾਫ਼ ਕੀਤਾ ਗਿਆ। ਜਿਹੜਾ ਵੇਸਟ ਹੈ ਉਹਨੂੰ ਅਜੇ ਤੱਕ ਸਾਂਭਣ ਦੀ ਜ਼ਰੂਰਤ ਨਹੀਂ ਸਮਝੀ ਗਈ। ਇਹ ਕੀ ਹੈ? ਆਪਣੇ ਆਪ ਦੇ ਵਿੱਚ ਇੱਕ ਬੜਾ ਵੱਡਾ ਬਿਰਤਾਂਤ ਹੈ। ਇਹ ਦੇਖ ਲਓ ਇਹ ਇੱਕ ਪੈਦਲ ਸਾਈਕਲ ਵਾਲੇ ਲੋਕਾਂ ਲਈ ਇੱਕ ਵੇ ਬਣਾਇਆ ਗਿਆ, ਔਰ ਇਸ ਵੇ ਨੂੰ ਕਿਸ ਤਰ੍ਹਾਂ ਤੇ ਕਿਸ ਹਿਸਾਬ ਨਾਲ ਰੱਖਿਆ ਗਿਆ ਹੈ। ਤੇ ਇਹ ਜਿਹੜਾ ਇਹ ਸੈਕਟਰ ਚੰਡੀਗੜ੍ਹ ਪੁਲਿਸ ਸਟੇਸ਼ਨ 3 ਨਾਰਥ ਦੇ ਵਿੱਚ ਆਉਂਦਾ ਹੈ। ਇਹ ਤੁਹਾਨੂੰ ਦਿਖਾ ਦਿੱਤਾ। ਇੱਧਰੋਂ ਥੋੜ੍ਹਾ ਜਿਹਾ ਹੋਰ ਅੱਗੇ ਝਾਤੀ ਮਾਰ ਲੈਂਦੇ ਹਾਂ ਤੇ ਇਹ ਵੀ ਦੱਸ ਦਿੰਦੇ ਹਾਂ ਤੁਹਾਨੂੰ। ਮੈਂ ਕੱਲ ਦਿਖਾਇਆ ਸੀ ਚੰਡੀਗੜ੍ਹ ਦਾ ਜਿਹੜਾ ਇੱਕ ਮੁਲਾਂਕਣ ਹੈ, ਕਿਵੇਂ ਅਫਸਰ ਕਰਦੇ ਨੇ ਤੇ ਕਿਸ ਹਿਸਾਬ ਨਾਲ ਕਰਦੇ ਹੈ। ਤੇ ਆਹ ਦੇਖ ਲਓ ਕੀ ਲਿਖਿਆ ਹੈ, ਕਾਈਂਡਲੀ ਡੂ ਨਾਟ ਐਂਟਰ ਦੀ ਗਾਰਡਨ ਵਿਦ ਸਾਈਕਲਸ ਐਂਡ ਡੌਗਸ। ਤੇ ਇਸ ਡੌਗ ਦਾ ਜਿਹੜਾ ਰਖਵਾਲਾ ਕੌਣ ਹੈ? ਇਹ ਸਟੇ ਡੌਗ ਹੈ। ਇਹ ਸਟੇ ਡੌਗ ਹੈ ਔਰ ਇਹ ਮੋਟਰਸਾਈਕਲ ਹੈ। ਹਾਂਜੀ, ਤੇ ਜੇ ਸਾਈਕਲ ਅੰਦਰ ਨਹੀਂ ਜਾਣੇ ਤਾਂ ਮੋਟਰਸਾਈਕਲ ਜਾ ਸਕਦਾ। ਹੈਲਪ ਅਸ ਇਨ ਮੇਨਟੇਨਿੰਗ ਦੀ ਗਾਰਡਨ, ਹਾਰਟੀਕਲਚਰ ਡਿਪਾਰਟਮੈਂਟ। ਇਹ ਤੁਹਾਨੂੰ ਦਿਖਾ ਰਿਹਾ ਹੈ ਇਹ ਸਾਰੀ ਗੱਲ। ਇਹ ਤੁਹਾਨੂੰ ਪੜ੍ਹਾਈ ਦਿੱਤੀ ਜਾ ਰਹੀ ਹੈ। ਥੋੜ੍ਹਾ ਜਿਹਾ ਹੋਰ ਅੱਗੇ ਝਾਤੀ ਮਾਰ ਲੈਂਦੇ ਹਾਂ ਵੀ ਹਾਲਾਤ ਕਿੱਦਾਂ ਦੇ। ਆਹ ਦੇਖ ਲਓ
ਇਹ ਇੱਕ ਤਸਵੀਰ ਹੈ ਬੜੀ ਬੇਨਜ਼ੀਰ, ਤੇ ਇਹ ਜਿਹੜੇ ਸਟੇ ਡੌਗ ਨੇ ਇਹ ਕਿਵੇਂ ਤੇ ਕਿਸ ਤਰ੍ਹਾਂ ਆਉਣਗੇ। ਇਹ ਕੂੜ ਕਬਾੜ ਜਿਹੜਾ ਰੱਖਿਆ ਹੋਇਆ ਲੱਦਿਆ ਹੋਇਆ ਇਹ ਕਿੱਧਰ ਨੂੰ ਜਾਊਗਾ, ਇਹ ਇੱਕ ਆਪਣੇ ਆਪ ਦੇ ਵਿੱਚ ਖੜੇ ਕਰਦਾ ਸਵਾਲ। ਅੱਜ ਇਹ ਮਕਸਦ ਦਿਖਾਉਣ ਦਾ ਤੁਹਾਨੂੰ ਇਹੀ ਹੈ ਕਿ ਇਸ ਹਿੰਦੁਸਤਾਨ ਦੀ ਤਸਵੀਰ ਤੇ ਕਿਵੇਂ ਤੇ ਕਿਸ ਹਿਸਾਬ ਨਾਲ ਚੱਲ ਰਹੀ ਹੈ ਤੇ ਬਦਲ ਰਹੀ ਹੈ। ਅੰਗਰੇਜ਼ 3 ਕਾਨੂੰਨਾਂ ਨਾਲ ਇੰਡੀਅਨ ਪੀਨਲ ਕੋਡ 1860, ਇੰਡੀਅਨ ਐਵੀਡੈਂਸ ਐਕਟ 1872 ਤੇ ਕੋਡ ਆਫ ਕ੍ਰਿਮੀਨਲ ਪ੍ਰੋਸੀਜਰ ਜਿਹਨੂੰ 1973 ਵਿੱਚ ਮੋਡੀਫਾਈ ਕਰਕੇ ਉੱਪਰ ਥੱਲੇ ਕਰਕੇ ਬਣਾ ਦਿੱਤਾ ਗਿਆ। ਇਹਨਾਂ 3 ਕਾਨੂੰਨਾਂ ਨਾਲ ਅਫਗਾਨਿਸਤਾਨ ਤੋਂ ਬਰਮਾ ਤੱਕ, ਸਿੰਗਾਪੁਰ ਤੱਕ, ਥਾਈਲੈਂਡ ਤੱਕ ਰਾਜ ਕਰ ਗਏ। ਔਰ ਬਜ਼ੁਰਗ ਕਹਿੰਦੇ ਸੀ ਕਿ ਅੰਗਰੇਜ਼ਾਂ ਦੇ ਰਾਜ ਦਾ ਸੂਰਜ ਨਹੀਂ ਛਿਪਦਾ, ਲੇਕਿਨ ਇਹਨਾਂ 3 ਕਾਨੂੰਨਾਂ ਦੇ ਨਾਲ ਉਹਨਾਂ ਨੇ ਸਾਰੀ ਦੁਨੀਆ ਦੇ ਵਿੱਚ ਰਾਜ ਕਰ ਲਿਆ। ਤੇ ਸਾਡੀ ਸਰਕਾਰ ਕਦੀ ਯੂਪੀਏ, ਕਦੀ ਟਾਡਾ, ਕਦੀ ਪਾਡਾ, ਕਦੀ ਪੋਟਾ, ਕਦੀ ਟੋਟਾ, ਕਦੀ ਰੋਟਾ, ਕਦੀ ਖੋਟਾ ਕਰਕੇ ਇੰਨੇ ਕੁ ਹਿੰਦੁਸਤਾਨ ਦੇ ਵਿੱਚ ਜਿਹਦੀ GDP 40% ਹੁੰਦੀ ਸੀ, ਉਹ ਵਿਸ਼ਾਲ ਹਿੰਦੁਸਤਾਨ ਜਿਹਦੇ ਬਾਰੇ ਗੁਰੂ ਨਾਨਕ ਸਾਹਿਬ ਨੇ ਕਿਹਾ, ਖੁਰਾਸਾਨ ਖਸਮਾਨਾ ਕੀਆ, ਹਿੰਦੁਸਤਾਨ ਡਰਾਇਆ, ਆਪੇ ਦੋਸਤ ਨ ਤਈ ਕਰਤਾ, ਜਮਕਲ ਮੁਗਰ ਚੜਾਇਆ, ਇਤੀ ਮਾਰ ਪਈ ਕੁਰਲਾਨੇ ਤੈਂਕੀ ਦਰਦ ਨਾ ਆਇਆ। ਗੁਰੂ ਸਾਹਿਬ ਉਸ ਸਮੇਂ 'ਚ ਵੀ ਠੀਕ ਹੈਗੇ ਸਨ ਤੇ ਅੱਜ ਵੀ ਠੀਕ ਹੈਗੇ ਨੇ। ਆ ਦੇਖੋ, ਜੇ ਸਾਈਕਲ ਅੰਦਰ ਤੱਕ ਨਹੀਂ ਆਣੇ ਤੇ ਇਹ ਕਿਵੇਂ ਅੰਦਰ ਤੱਕ ਆ ਗਏ? ਇਹ ਤੁਹਾਡੇ ਲਈ ਸਵਾਲ ਖੜਾ ਕੀਤਾ ਮੈਂ। ਆ ਕਿੰਨੀ ਦੇਖੋ ਸੰਭਾਲ ਹੈ ਤੇ ਸਾਫ਼ ਹੈ ਇਹ ਰਸਤਾ, ਇਹ ਪਗਡੰਡੀ, ਇਹ ਦੇਖ ਲਓ ਤੁਸੀਂ। ਦੂਰ ਦੂਰ ਤੱਕ ਨਿਗਾਹ ਮਰਵਾ ਦਿੰਦਾ ਤੁਹਾਨੂੰ। ਅਰਬਾਂ ਦੀ ਜ਼ਮੀਨ ਜਿਹੜੀ ਲੀ ਕਾਰਬੂਜ਼ੀਅਰ ਨੇ ਚੰਡੀਗੜ੍ਹ ਦੀ ਸਿਹਤ ਵਾਸਤੇ ਰੱਖੀ ਸੀ, ਉਸ ਸਿਹਤ ਨੂੰ ਉਜਾੜਨ ਤੇ ਵਿਗਾੜਨ ਤੇ ਬਰਬਾਦ ਕਰਨ ਦੇ ਵਿੱਚ ਪੂਰਾ ਯੋਗਦਾਨ ਸਾਡੇ ਆਜ਼ਾਦ ਹਿੰਦੁਸਤਾਨ ਦੇ ਅਫਸਰਾਂ ਤੇ ਬਸ਼ਿੰਦਿਆਂ ਨੇ ਪਾਇਆ। ਤੇ ਆ ਇੱਕ ਦਰਖਤ ਦੀ ਹੋਰ ਜਿਉਂਦੀ ਜਾਗਦੀ ਮਿਸਾਲ ਤੁਹਾਨੂੰ ਦਿਖਾ ਦਿੰਦਾ। ਆ ਦੇਖ ਲਓ, ਇੱਕ ਰਸਤਾ ਵੀ ਦੇਖ ਲਓ ਕਿੰਨਾ ਸੋਹਣਾ, ਕਿੰਨਾ ਮੇਨਟੇਨਡ ਹੈ। ਆ ਦੇਖੋ, ਇਹ ਵੀ ਕਹਿ ਰਿਹਾ ਤੂੰ ਕਿੰਨਾ ਪਾਗਲਾਂ ਨਾਲ ਮੱਥਾ ਮਾਰ ਰਿਹਾ, ਤੂੰ ਕਿਉਂ ਵੀਡੀਓ ਸ਼ੂਟ ਕਰਦਾ ਹੈ? ਮੈਨੂੰ ਸਵਾਲ ਕਰਦਾ ਪਿਆ। ਅੱਜ ਜੇ ਮੇਰਾ ਹਾਲ ਇਹ ਹੋਇਆ ਹੈ ਤੇ ਦੇਸ਼ ਦਾ ਹਾਲ ਵੀ ਇਹ ਹੋਣ ਵਾਲਾ। ਤੇ ਇਹ ਇੱਕ ਬੜੀ ਮੰਦਭਾਗੀ ਜਿਹੜੀ ਗੱਲ ਹੈ, ਇਸ ਰੁੱਖ ਦੇ ਉੱਤੇ ਚੱਲੀ ਕੁਲਹਾੜੀ ਨੇ ਮੈਨੂੰ ਦੱਸ ਦਿੱਤੀ ਹੈ, ਮੈਨੂੰ ਸਮਝਾ ਦਿੱਤੀ ਹੈ, ਮੈਨੂੰ ਸੁਝਾ ਦਿੱਤੀ ਹੈ। ਤੇ ਇਹ ਵੇਖੋ ਤੁਸੀਂ, ਲੈਂਡਸਲਾਈਡਸ 8 ਕਿਲੋਮੀਟਰ, 1 ਕਿਲੋਮੀਟਰ ਤੋਂ ਚੱਲ ਕੇ 53 ਸੈਕਟਰ ਤੱਕ ਇਹ ਜਾਂਦੀ। ਇਹ ਵੈਲੀ ਕਿਵੇਂ ਲੀ ਕਾਰਬੂਜ਼ੀਅਰ ਨੇ ਮੇਨਟੇਨ ਕੀਤੀ ਤੇ ਕਿਸ ਹਿਸਾਬ ਨਾਲ ਕੀਤੀ, ਇਹ ਤੁਹਾਨੂੰ ਮੈਂ ਦਿਖਾ ਦਿੱਤੀ ਹੈ। ਅੱਜ ਤੁਸੀਂ ਦੇਖੋ, ਤੁਸੀਂ ਆਵਾਜ਼ ਉਠਾਓ। ਕੋਰਟ ਵੀ ਤੁਹਾਡੇ ਦੇ ਉੱਤੇ ਜਿਹੜਾ ਇਨਸਾਫ ਦਾ ਮੰਦਰ ਹੈ, ਉਹ ਇਨਸਾਫ ਦਾ ਮੰਦਰ ਨਾ ਹੋ ਕੇ ਪਤਾ ਨਹੀਂ ਕੀ ਬਣ ਗਿਆ ਹੈ। ਲੇਕਿਨ ਆਵਾਜ਼ ਉਠਾਓ। ਤੁਹਾਡੀ ਆਵਾਜ਼ 2 ਜੱਜਾਂ ਨੂੰ ਜਾਂ 3 ਜੱਜਾਂ ਨੂੰ ਠੀਕ ਨਹੀਂ ਲੱਗੀ ਤਾਂ ਉਹ ਤੁਹਾਨੂੰ ਲੱਖ ਰੁਪਇਆ, 2 ਲੱਖ ਰੁਪਇਆ ਜਾਂ 50 ਲੱਖ ਰੁਪਇਆ ਵੀ ਕੋਸਟ ਪਾ ਦਿੰਦੇ ਨੇ। ਕਈ ਕੇਸ ਸਾਹਮਣੇ ਆਏ ਨੇ। ਤੇ ਇਹਨਾਂ ਕੇਸਾਂ ਦਾ ਜੇ ਵਿਮੋਚਨ ਕੀਤਾ ਜਾਵੇ ਤਾਂ ਇੱਕ ਜੱਜ ਸਾਹਿਬ ਦੀ ਗੱਲ ਬੜੀ ਅੱਛੀ ਲੱਗਦੀ ਹੈ। ਆਹ ਦੇਖ ਲਓ ਬਾਕਸ, ਇਲੈਕਟ੍ਰਿਕ ਬਾਕਸ ਕਿੰਨਾ ਸੁਰੱਖਿਅਤ ਹੈ, ਕਿੰਨਾ ਸੁਰੱਖਿਅਤ ਹੈ। ਤੁਸੀਂ ਦੇਖ ਲਓ, ਖੁਦ ਦੇਖ ਲਓ। ਇਹ ਰੁੱਖਾਂ ਦੀ ਦਾਸਤਾਨ ਆਪਣੇ ਪੱਤੇ ਹਿਲਾ ਹਿਲਾ ਕੇ, ਪੈਰ ਹਿਲਾ ਹਿਲਾ ਕੇ ਦੱਸ ਰਹੀ ਹੈ ਤੂੰ ਕਿਹਨਾਂ ਨੂੰ ਕਲਪਦਾ ਪਿਆ, ਕਿਹੜੀਆਂ ਗੱਲਾਂ ਨੂੰ ਕਰਦਾ ਪਿਆ।
ਤੇ ਕਿੱਥੇ ਕਿੱਥੇ ਕਰਨ ਦੀ ਇਹ ਤੂੰ ਵਿਚਾਰ ਕਰਦਾ ਹੈ। ਇਹ ਕੋਟਾਂ ਜਿਹੜੀਆਂ ਇਹ ਕੋਸਟ ਪਾ ਕੇ ਤੁਹਾਨੂੰ ਰੱਖ ਦਿੰਦੀਆਂ। ਇਹ ਇੱਕ ਸਿਲ ਹੈ, ਜੇ ਤੁਸੀਂ ਪੜ੍ਹ ਸਕੋ ਤਾਂ ਜ਼ਰੂਰ ਪੜ੍ਹ ਲੈਣਾ। त्रिवेणी planted by His Excellency Lieutenant General JFR Jacob PVSM retired Governor of Punjab and Administrator UT Chandigarh 20th September 2001। ਇਹ ਜਿਹੜੀ ਇਹ ਦੱਸ ਰਹੀ ਹੈ ਸਿਲ ਤੁਹਾਨੂੰ। ਇਹ ਤੁਸੀਂ ਹੋਰ ਦੇਖੋ, ਥੋੜ੍ਹਾ ਜਿਹਾ ਤੁਹਾਨੂੰ ਹੋਰ ਦੱਸ ਦਿੱਤਾ ਹੈ। ਜੱਜ ਸਾਹਿਬ ਦੀ ਗੱਲ ਕਰ ਰਿਹਾ ਤਾਂ ਉਹਨਾਂ ਨੇ ਇਹ ਗੱਲ ਕਹੀ ਹੈ, ਜੇ ਕਿਸੇ ਤਰ੍ਹਾਂ ਵੀ ਜੇ ਜੱਜ ਆਪਣੇ ਆਪ ਨੂੰ ਆਫਰ ਕਰ ਦੇਣ ਵੀ ਮੈਂ ਕਿਸੇ ਵੀ ਇਨਫਲੂਐਂਸ ਤੋਂ ਮੁਕਤ ਹਾਂ, ਅਤੇ ਮੈਂ ਆਪਣੇ ਆਪ ਨੂੰ ਆਫਰ ਕਰਦਾ ਕਿ ਮੇਰਾ ਜਿਹੜਾ ਕਰ ਦਿੱਤਾ ਜਾਵੇ ਕੌਨਸ਼ੀਅਸ ਦਾ ਵਿਮੋਚਨ, ਜਿਵੇਂ ਵੀ ਕਰਨਾ ਤਾਂ ਕਿ ਸੱਚ ਸਾਹਮਣੇ ਆ ਜਾਵੇ, ਤਾਂ ਇਹ ਇੱਕ ਬੜੀ ਵੱਡੀ ਗੱਲ ਹੋਏਗੀ। ਇੱਕ ਤੁਹਾਨੂੰ ਮੈਂ ਗਾਈਡ ਮੈਪ ਆਫ ਚੰਡੀਗੜ੍ਹ ਦਿਖਾ ਰਿਹਾ, ਜਿਹੜਾ ਤੁਹਾਨੂੰ 48 ਸੈਕਟਰ ਤੋਂ ਲੱਗ ਕੇ 61 ਤੇ 63 ਸੈਕਟਰ ਤੱਕ ਦੱਸ ਰਿਹਾ। ਅਤੇ ਥੱਲੇ ਕੁਛ ਦਰਖਤਾਂ ਦੇ ਇਹ ਥੱਲੇ ਇਹ ਤੁਹਾਨੂੰ ਦਿਖਾ ਕੇ ਕੁਛ ਨਹੀਂ ਦੱਸ ਰਿਹਾ, ਹੋਰ ਕਈ ਕੁਛ ਨਹੀਂ ਦੱਸ ਰਿਹਾ। ਲੇਕਿਨ ਗੌਰਮੈਂਟ ਕਾਲਜ ਫਾਰ ਗਰਲਸ GCG PUH ਪੰਜਾਬ ਯੂਨੀਵਰਸਿਟੀ ਹਾਊਸ, ਹਰਿਆਣਾ ਰਾਜ ਭਵਨ ਪੰਜਾਬ ਰਾਜ ਭਵਨ UT ਗੈਸਟ ਹਾਊਸ, ਅਤੇ ਇਹ ਪੰਜਾਬ ਇੰਜੀਨੀਅਰਿੰਗ ਕਾਲਜ, ਜਨਰਲ ਹੌਸਪੀਟਲ ਰੋਜ਼ ਗਾਰਡਨ ਅਤੇ ਗੌਰਮੈਂਟ ਕਾਲਜ ਫਾਰ ਬੋਇਜ਼, ਇਹ ਕੁਛ ਜਿਹੜੇ ਨੇ ਧੁੰਦਲੇ ਟੁੱਟੇ ਹੋਏ ਰਸਤੇ ਇਹ ਦਿਖਾ ਰਹੇ ਨੇ ਤੁਹਾਨੂੰ ਕਿ ਤੁਹਾਡਾ ਸਮਾਰਟ ਸਿਟੀ ਆ ਦੇਖ ਲਓ ਕਿਵੇਂ ਦਾ ਅਤੇ ਕਿਸ ਹਿਸਾਬ ਦਾ ਤੁਹਾਨੂੰ ਦਿੱਤਾ ਦਿਖਾ। ਇੱਥੋਂ ਐਂਟਰੀ ਲਈ ਸੀ ਅਤੇ ਇਸ ਐਂਟਰੀ ਨੂੰ ਕਰਨ ਦੇ ਵਿੱਚ ਇੱਕ ਸਹਿਯੋਗ ਕੀਤਾ ਅਤੇ ਇਹ ਲਿਖਿਆ ਗਿਆ ਹੈ, ਕੀਪ ਦੀ ਗਾਰਡਨ ਨੀਟ ਐਂਡ ਕਲੀਨ। ਅਤੇ ਆਹ ਦਰਖਤ ਇੱਕ ਹੋਰ ਉਹ ਕਹਿੰਦਾ ਮੇਰੀ ਵੀ ਦਿਖਾ ਦੇ, ਜੇ ਇਹ ਮੇਰੀ ਵੀ ਸੰਦੇਸ਼ ਕਿੱਥੇ ਤੱਕ ਪਹੁੰਚ ਜਾਏ ਕਿ ਮੇਰੀ ਬਾਂਹ ਕਿਵੇਂ ਵੱਢੀ ਗਈ ਹੈ, ਇਹ ਚੀਜ਼ ਤੁਹਾਡੇ ਸਾਹਮਣੇ ਗਈ ਹੈ ਆ। ਔਰ ਤੁਹਾਨੂੰ ਇੱਕ ਚੀਜ਼ ਹੋਰ ਦੱਸ ਰਿਹਾ ਮੈਂ, ਇਹ ਤੁਸੀਂ ਦੇਖੋ ਇਹ ਗਾਰਡਨ ਕਿੰਨਾ ਸੋਹਣਾ, ਕਿੰਨਾ ਉੱਚਾ ਲੰਮਾ, ਕਿੱਥੋਂ ਤੱਕ ਫੈਲਿਆ ਹੋਇਆ ਅਤੇ ਕਿਵੇਂ ਅਤੇ ਕਿਸ ਹਿਸਾਬ ਨਾਲ ਹੈ, ਇਹ ਇੱਕ ਦਿਖਾਉਣ ਦਾ ਯਤਨ ਕੀਤਾ। ਅਤੇ ਫਿਰ ਤੁਹਾਨੂੰ ਇਹ ਦੱਸਣ ਦਾ ਯਤਨ ਕੀਤਾ ਜੇ ਇੰਨੇ ਕਾਨੂੰਨਾਂ ਨਾਲ ਭਾਰਤ ਦੀ ਗ੍ਰੀਨਰੀ ਨੂੰ, ਭਾਰਤ ਦੇ ਰੇਲ ਪ੍ਰਬੰਧਨ ਨੂੰ ਅੰਗਰੇਜ਼ਾਂ ਨੇ ਐਡਾ ਵੱਡਾ ਤਾਕਤ ਬਖਸ਼ ਦਿੱਤਾ, ਅਤੇ ਅੱਜ ਕੀ ਕਮੀ ਹੈ ਸਾਡੇ ਐਸਟੈਬਲਿਸ਼ਮੈਂਟ ਦੇ ਲੋਕਾਂ ਦੇ ਵਿੱਚ, ਜਿਹੜੇ ਉਹ ਇਸ ਪ੍ਰਬੰਧਨ ਨੂੰ ਚਲਾਉਣ ਦੇ ਵਿੱਚ ਹੱਥ ਖੜੇ ਕਰਕੇ ਬੈਠੇ ਹੋਏ ਨੇ। ਇਹ ਤੁਸੀਂ ਦੱਸੋਗੇ, ਤੁਸੀਂ ਵਿਚਾਰੋਗੇ, ਤੁਸੀਂ ਕਰੋਗੇ ਜਾਂ ਨਹੀਂ ਕਰੋਗੇ, ਇਹ ਤੁਹਾਡੇ ਤਾਈਂ ਗੱਲ ਹੈ। ਇਹ ਜਿਹੜਾ ਤੁਹਾਨੂੰ ਕੁਛ ਜਗ੍ਹਾ 'ਤੇ ਮੈਂ ਫੋਕਸ ਕਰ ਰਿਹਾ ਕੈਮਰਿਆਂ ਨੂੰ ਔਰ ਦਿਖਾ ਰਿਹਾ ਤੁਹਾਨੂੰ ਕਿ ਲਵ ਬਰਡਸ ਵੀ ਇੱਥੇ ਆਉਂਦੇ ਨੇ, ਲਵ ਬਰਡਸ ਵੀ ਇੱਥੇ ਆਉਂਦੇ ਨੇ ਔਰ ਬਿਨਾਂ ਚੈੱਕ ਇੱਥੋਂ ਆਪਣੀਆਂ ਲਵ ਦੀਆਂ ਗੱਲਾਂ ਬਾਤਾਂ ਕਰਦੇ ਹੋਏ ਕਿਤੇ ਦੇ ਕਿਤੇ ਨਿਕਲ ਜਾਂਦੇ ਨੇ। ਅਤੇ ਇਹ ਕਿਵੇਂ ਅਤੇ ਕਿਸ ਹਿਸਾਬ ਨਾਲ ਦੇਖੋ VIP ਜ਼ੋਨ ਹੈ, ਅਤੇ ਇਹ ਜ਼ੋਨ ਜਿਹੜਾ ਹੈ ਇਹਦੇ ਵਿੱਚ ਇਹ ਦੇਖੋ ਕਿ ਇਹ ਜਿਹੜੇ ਵੈਂਡਰ ਨੇ ਇਹਨਾਂ ਕੋਲ ਪਰਮਿਸ਼ਨ ਹੈ, ਜੇ ਇਹਨਾਂ ਕੋਲ ਪਰਮਿਸ਼ਨ ਹੈ ਇੱਥੇ ਵੈਂਡ ਕਰਨ ਦੀ, ਅਤੇ ਫਿਰ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਦੂਜੇ ਵੈਂਡਰਸ 'ਤੇ ਕਿਉਂ ਅਤਿਆਚਾਰ ਕਰਦੀ ਹੈ। ਅਤੇ ਜੇ ਇਹ ਵੈਂਡਰਸ ਦੇ ਕੋਲ ਪਰਮਿਸ਼ਨ ਨਹੀਂ ਜਾਂ ਕੋਈ ਗੱਲ ਨਹੀਂ ਤਾਂ ਫਿਰ ਇਹ ਗੱਲ ਕਿੱਧਰ ਨੂੰ ਗਈ, ਇਹ ਤੁਸੀਂ ਆਪ ਲਾ ਲਓ ਹਿਸਾਬ। ਤੁਹਾਡੇ ਲਈ ਕਰ ਦਿੱਤੀ ਇਹ ਗੱਲ ਜਨਾਬ, ਅਤੇ ਤੁਸੀਂ ਰੱਖਿਓ ਆਪਣਾ ਹਿਸਾਬ ਕਿਤਾਬ ਕਿ ਤੁਹਾਡੇ ਦੇਸ਼ ਦੀ ਕਿਵੇਂ ਹੋ ਰਹੀ ਹੈ ਲੁੱਟ ਅਤੇ ਕਿਵੇਂ ਹੋ ਰਹੀ ਹੈ ਖਸੁੱਟ, ਅਤੇ ਤੁਹਾਡਾ ਜਿਹੜਾ ਮੂੰਹ ਹੈ
ਕਿਵੇਂ ਬੰਦ ਕਰਨ ਦਾ ਕੀਤਾ ਜਾ ਰਿਹਾ ਯਤਨ, ਇਹ ਗੱਲ ਇੰਨੀ ਕੁ। ਮੇਰੀ ਇਸ ਵੀਡੀਓ ਨੂੰ, ਮੇਰੇ ਇਸ YouTube ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ, ਸਬਸਕ੍ਰਾਈਬ ਕਰ ਦੇਣਾ, ਲਾਈਕ ਕਰ ਦੇਣਾ, ਔਰ ਇਹ ਚੀਜ਼ ਜਿਹੜੀ ਹੈ ਅੱਗੇ ਤੋਂ ਅੱਗੇ ਤੱਕ ਪਹੁੰਚਾ ਦੇਣਾ, ਪ੍ਰਬੰਧਨ ਦੇ ਹੱਥਾਂ 'ਚ ਪਹੁੰਚ ਜਾਵੇ ਕਿ ਤੁਹਾਡਾ ਪ੍ਰਬੰਧ ਕਿਹੋ ਜਿਹਾ ਹੈ, ਪ੍ਰਬੰਧਨ ਕਿਹੋ ਜਿਹਾ ਹੈ, ਅਤੇ ਇਹ ਕੀ ਹੈ ਅਤੇ ਕੀ ਹਿਸਾਬ ਹੈ। ਇਹ ਤੁਸੀਂ ਦੇਖਦੇ ਜਾਓ, ਕਰਦੇ ਜਾਓ। ਸਤਿਗੁਰ ਦੀਆਂ ਵਡਿਆਈਆਂ, ਖੋਤੇ ਖਾਣ ਮਲਾਈਆਂ। ਗੱਲਾਂ ਇੰਨੀਆਂ ਕੋਈ ਜ਼ਿਆਦਾ ਨਹੀਂ। ਮੇਰੀ ਵੀਡੀਓ ਨੂੰ ਤੁਸੀਂ ਠੀਕ ਸਮਝਿਆ, ਲਾਈਕ ਕਰ ਦੇਣਾ, ਫੀਡਬੈਕ ਵੀ ਦੇ ਦੇਣਾ, ਸਬਸਕ੍ਰਾਈਬ ਵੀ ਕਰ ਦੇਣਾ। ਗੱਲਾਂ ਇੰਨੀਆਂ ਕੋਈ ਜ਼ਿਆਦਾ ਨਹੀਂ। ਅਤੇ ਸਤਿ ਸ਼੍ਰੀ ਅਕਾਲ।